ਉਹ ਦੋ ਨਸ਼ਈ ਸਨ ਨਾ, ਅਫੀਮ ਖਾਂਦੇ ਸਨ ਤੇ ਉਹ ਆਪਣਾ ਦਾਣਾ ਦੋਵੇਂ ਭਰਾ ਸਨ ਸਕੇ। ਅੱਛਾ ਉਹ ਜਦਣ ਨਾ ਉਹਨਾਂ ਦੀ ਨਾ ਹਮਸ਼ੀਰਾ ਫੌਤ ਹੋ ਗਈ, ਅੱਛਾ ਉਹ ਨਾਲ ਦੇ ਪਿੰਡ। ਠੀਕ ਉਹ ਹੈ ਆਪੋ ਆਪਣੀ ਸਮਝ ਹੁੰਦੀ ਹੈ ਨਾ। ਜੀ ਜੀ ਤੇ ਜਦੋਂ ਉੱਥੇ ਗਏ ਜਨਾਜ਼ਾ ਹਾਲੀ ਹੋਣਾ ਸੀ ਅੱਛਾ ਤੇ ਉਹ ਰੋਣ ਪਿੱਟਣ ਪੈ ਗਏ ਉਹ ਸਾਰੇ, ਤੇ ਉਹ ਬਾਹਰ ਆ ਕੇ ਪਰੇਸ਼ਾਨ ਬੈਠੇ। ਉਹਨਾਂ ਤਾਂ ਸਵੇਰੇ ਜਿਵੇਂ ਸੁਣਿਆ ਉਹਦੇ ਟੁਰ ਗਏ, ਨਹੀਂ ਤੇ ਉਹਨਾਂ ਪਤੀਲੀ ਚਾਹ ਪਕਾਉਣੀ ਸੀ। ਆਹੋ ਫਿਰ ਉਹ ਜਨਾਬ ਦਾਣਾ ਖਾਂਦੇ, ਤੂੰ ਕੱਪ ਚਾਹ ਦਾ ਲੈ ਦੇ। ਹਾਂਜੀ ਫਿਰ ਉਹਨਾਂ ਨੇ ਨਾ ਕੋਈ ਹੋਰ ਕੰਮ ਕਰਨਾ ਸੀ, ਫਿਰ ਉਹਨਾਂ ਨੂੰ ਹੋਸ਼ ਆਉਣੀ ਸੀ। ਹੋਸ਼ ਆਉਣੀ ਸੀ। ਚੌਰੀ ਬੰਦੇ ਸਨ ਆਹੋ ਉਹ ਦੋਵੇਂ ਭਰਾ, ਤੇ ਸਲੂਕ ਉਹਨਾਂ ਦਾ ਬੜਾ। ਅੱਛਾ ਅੱਜ ਕੱਲ ਤਾਂ ਭਰਾਵਾਂ ਦਾ ਸਲੂਕ ਹੀ ਕੋਈ ਕੋਈ ਨਹੀਂ ਜੀ, ਭਰਾ ਭਰਾ ਨੂੰ ਵੱਢ ਰਿਹਾ, ਕਤਲ ਖਾ ਕਰ ਰਿਹਾ ਰਿਹਾ। ਹੈ। ਉਹ ਉਹਦੀਆਂ ਕਮੇਟੀਆਂ ਮਾਂ ਦੀਆਂ ਉਹਨੂੰ ਦੱਸਦਾ ਹੀ ਨਹੀਂ, ਉਹ ਵੱਖਰੀਆਂ ਹੀ ਲੈ ਦਿੰਦਾ ਹੈ। ਉਹਦੇ ਸਹੁਰਿਆਂ ਨੂੰ ਸੇਫ ਅਲਮਾਰੀਆਂ ਲੈ ਦਿੰਦਾ ਹੈ, ਨਾ ਭੈਣਾਂ ਨੂੰ ਈਦ ਵੀ ਨਹੀਂ ਦਿੰਦਾ, ਆਪਣਿਆਂ ਦਾ ਪਤਾ ਹੀ ਕੋਈ। ਆਪਣਿਆਂ ਦਾ ਪਤਾ ਹੀ ਨਹੀਂ। ਤੇ ਸਾਲੀ ਵਿਆਹ ਹੋ ਰਿਹਾ ਤੇ ਸਾਲੀ ਦੇ ਵਿਆਹ ਤੇ ਭੱਜਿਆ ਹੈ ਜਨਾਬ। ਹੁਣ ਮੈਂ ਕੀ ਬਣਵਾਇਆ, ਹੁਣ ਮੈਂ ਉਹਨੂੰ ਕੁਰਸੀ ਦਿੱਤੀ ਹੈ, ਹੁਣ ਮੈਨੂੰ ਰੇਡੀਓ ਲੈ ਦਿੱਤਾ। ਉਹ ਪਾਗਲ ਦੇ ਪਾਗਲ ਆ, ਜਿਹੜੀ ਤੇਰੇ ਨਾਲ ਜੰਮੀ ਹੈ ਉਹ ਵਿਚਾਰੀ ਹਲ ਤੂੰ ਜਾਂਦੇ ਹੀ ਨਹੀਂ, ਉਹਨੂੰ ਕੋਈ ਈਦ ਦੇ, ਕੋਈ ਸੇਫ ਅਲਮਾਰੀ ਉਹਨੂੰ ਲੈ ਦੇ ਹਾਂਜੀ ਹੈ, ਤਾਂ ਕਿ ਬਿਲਕੁਲ। ਤੇਰੀਆਂ ਧੀਆਂ ਦਾ ਵੀ ਕੱਲ ਨੂੰ ਕੋਈ ਜਿਹੜਾ ਹੈ ਉਹ ਕਰੇ। ਕਰੇ। ਤੂੰ ਅੱਜ ਕਰੇਗਾ ਆਪਣੇ ਪਿਓ ਦੀਆਂ ਦਾ, ਤੇ ਉਹ ਤੇਰੀਆਂ ਜ਼ਮੀਨ ਨਾਲ ਤੇਰੇ ਪੁੱਤਰ ਕਰਨਗੇ। ਬਿਲਕੁਲ ਅਗਰ ਤੂੰ ਇੰਜ ਕਰ ਰਿਹਾ ਤੇ ਤੇਰਾ ਖਾਨਦਾਨ ਵੀ ਇਵੇਂ ਕਰੇਗਾ। ਬਿਲਕੁਲ ਉਹ ਖਰਾਬ ਹੋਏਗਾ। ਇੱਕ ਬੰਦਾ ਸੀ ਨਾ, ਤੇ ਉਹ ਮਰ ਗਿਆ। ਉਹਦੀ ਨੂੰਹ ਸੀ, ਜਿਹੜੇ ਨੂੰਹ ਵਧਾਏ ਪਾਲਿਸ਼ ਲਾਵੇ ਕਰੇ, ਬਹੁਤੀ ਬਣੀ ਰਵੇ। ਉਹਨੇ ਕਿਹਾ ਰੋਜ਼ ਖਜਾਰ ਸੁੱਟਦਾ ਹੈ ਬੁੱਢੜਾ ਜਿਹਾ, ਇਹਨੂੰ ਤੇ ਕਿਤੇ ਸੁੱਟਿਆ। ਅੱਛਾ ਉਹਨੇ ਆਪਣੇ ਮੀਆਂ ਨੂੰ ਆਖਿਆ। ਮੀਆਂ ਨੂੰ ਆ ਗਿਆ, ਅੱਛਾ ਮੀਆਂ ਜਨਾਬ ਉਹਨੂੰ ਚਾ ਲਿਆ ਤੇ ਉਹਨੂੰ ਨਾਰ ਦੇ ਵਿੱਚ ਸੱਟਣ ਗਿਆ। ਠੀਕ ਹੈ ਉਹਨੂੰ ਨਾਰ ਸੱਟਿਆ ਠੀਕ ਹੈ ਆਪਣੇ ਅੱਬੇ ਨੂੰ। ਆਪਣੇ ਅੱਬੇ ਨੂੰ, ਆਪਣੀ ਬੀਵੀ ਦੇ ਆਖੇ ਲੱਗਿਆ। ਠੀਕ। ਬੜਾ ਬੜਾ ਕੰਮ ਕਰ ਰਹੇ ਨੇ ਤੇ ਕੁਝ ਵੀ ਨਹੀਂ, ਬੀਵੀ ਦੇ ਆਖੇ ਲੱਗਿਆ, ਮਾਂ ਨੂੰ ਮਾਰ ਛੱਡਦੇ ਮਾਰ ਛੱਡਦੇ ਨੇ। ਬਿਲਕੁਲ ਹੈ। ਐਸਾ ਤੇਜ਼ ਦੌਰ ਆ ਐਸਾ ਗਿਆ, ਤੇਜ਼ ਦੌਰ ਆ ਗਿਆ, ਜahiliyyat ਦਾ ਦੌਰ ਆ ਗਿਆ। ਜਹਿਲੀਅਤ ਦਾ ਦੌਰ ਹੈ। ਅਗਰ ਤੂੰ ਕੱਲ ਨੂੰ ਬੁੱਢਾ ਹੋਵੇਂਗਾ, ਇਹ ਜਿਹੜੀ ਤੈਨੂੰ ਅੱਜ ਇੰਝ ਆਂਦੀ ਪਈ ਹੈ, ਕੱਲ ਨੂੰ ਇਹ ਹੋਰ ਨਹੀਂ ਕੁਝ ਕਰ ਸਕਦੀ। ਕਰਾ ਸਕਦੀ ਹੈ ਸਾਰਾ ਕੁਝ ਕਰਾ। ਤੇ ਤੂੰ ਅੱਜ ਹੀ ਸਮਝ ਜਾ ਕੇ ਇਹ ਤਾਂ ਮੌਤ ਹੈ। ਹਾਂਜੀ ਇਹ ਤਾਂ ਮੈਂ ਬਿਜਲੀ ਲੈ ਆਂਦੀ ਹੈ ਘਰ, ਬਿਲਕੁਲ। ਬੀਵੀ ਤੇ ਨਹੀਂ ਲਿਆਂਦੀ ਨਹੀਂ ਨਹੀਂ ਬਿਲਕੁਲ ਇਸ ਤਰ੍ਹਾਂ। ਹੈ ਜੀ। ਜਾ ਕੇ ਤੇ ਉਹ ਨਾਰੇ ਸੁੱਟਿਆ। ਠੀਕ ਹੈ ਜਦੋਂ ਉਹ ਨਾਰੇ ਸੁੱਟ ਕੇ ਨਾ ਤੇ ਉਹ ਵਾਪਸ ਆ ਗਿਆ, ਤੇ ਆਸਤਾ ਆਸਤਾ ਉਹਦਾ ਟਾਈਮ ਆਇਆ, ਉਹ ਬੁੱਢਾ ਹੋਇਆ। ਠੀਕ ਹੈ। ਤੇ ਉਹਨੇ ਵੀ ਨਹੁੰ ਲਿਆਂਦੀ ਖੈਰ ਨਾਲ, ਉਹਨੂੰ ਵੀ ਪਾਲਿਸ਼ ਹੋਈ, ਨਹੁੰ ਲੱਭ ਗਈ। ਲੱਭ ਗਏ। ਉਹ ਜਿਹੜੇ ਲੈ ਕੇ ਆਇਆ ਤੇ ਉਹ ਪੁੱਤਰ ਬੀਬੀ ਨਾਲ ਫਿੱਟ ਹੋ ਗਿਆ, ਅੱਗੇ ਹੀ ਉਹਦੀ ਸ਼ਾਦੀ ਵੀ ਸੀ। ਠੀਕ ਹੈ ਉਹ ਹੁਣ ਇਹ ਬੁੱਢੜਾ ਹੋ ਗਿਆ ਤੇ ਖਜਾਰ ਸੁੱਟੇ ਕਰੇ ਤੇ ਜਨਾਬ ਖੰਗੇ ਕਰੇ, ਰਾਤੀ ਆਵਾਜ਼ਾਰੀ ਬਣੀ ਹੋਈ, ਤੇ ਉਹ ਕਦੇ ਲੈਟਰੀਨ ਵਿੱਚ ਬਵੇ ਤੇ ਉੱਥੇ ਪਾਣੀ ਨਾ ਸੁੱਟੇ। ਉਹ ਵਿਚਾਰੀ ਬੜਾ ਉਸ ਆਖਿਆ ਵੇ ਇਹਨੂੰ ਕਿਤੇ ਬਿਲੇ ਨਹੀਂ ਲਾ ਦਿੰਦਾ। ਉਹੀ ਵਕਤ ਆ ਗਿਆ ਨਾ ਜਿਹੜਾ ਉਹਦੇ ਤੇ ਹਾਂ। ਆਪਣੇ ਵਾਲਦ ਤੇ ਉਹਨੇ ਲਿਆਂਦਾ ਸੀ। ਵਾਲਤ ਲਿਆਂਦਾ ਸੀ, ਤੇ ਇਹਨੂੰ ਕਿਤੇ ਲਾ ਨਹੀਂ ਦਿੰਦਾ ਬਿਲੇ, ਇਹਦਾ ਕੋਈ ਟੋਕਨ ਲਵਾ। ਠੀਕ ਹੈ ਉਹਨੇ ਕਿਹਾ ਵੀ ਠੀਕ ਹੈ। ਉਹ ਗਿਆ ਨਾਰ ਵਿੱਚ ਨਾ, ਉਹਨੂੰ ਉਵੇਂ ਹੀ ਸੁੱਟਣ ਗਿਆ। ਠੀਕ ਜਿਹੜੇ ਸੁੱਟਣ ਗਿਆ ਤੇ ਉਹ ਨਾਰ ਉਹਨਾਂ ਨੂੰ ਇੱਕੋ ਹੀ ਸੀ, ਜਿਵੇਂ ਸਾਨੂੰ ਐ ਸ਼ਾਰਟ ਕਰਦੀ ਹੈ ਜੰਗ ਨਹਿਰ ਜਾਂ ਅਗਲੀ ਨਹਿਰ, ਇਵੇਂ ਉਸ ਨੂੰ ਵੀ ਉਹੀ ਜਗ੍ਹਾ ਸੀ, ਉਹੀ ਲਾਗਾ ਬਣਿਆ ਸੀ ਜਿੱਥੇ ਪਿਓ ਨੂੰ ਉਹਨੇ ਸੱਟਿਆ ਸੀ। ਜੀ ਜੀ ਉਹ ਜਦੋਂ ਉੱਥੇ ਲੈ ਕੇ ਆਇਆ ਤੇ ਉਹਨੇ ਆਖਿਆ ਵੀ ਯਾਰ ਇਹ ਗੱਲ ਨਹੀਂ ਸੁਣਦਾ। ਅੱਛਾ ਆਖੇ ਕੀ? ਉਹਨੇ ਆਖਿਆ ਪੁੱਤਰ ਇੱਥੇ ਮੈਂ ਆਪਣਾ ਪਿਓ ਸੁੱਟਿਆ ਸੀ, ਤੂੰ ਥੋੜੀ ਜਿਹੀ ਤਰੱਕੀ ਕਰ, ਤੂੰ ਥੋੜਾ ਜਿਹਾ ਮੈਨੂੰ ਅੱਗੇ ਕਰਕੇ ਅੱਗੇ ਕੋਈ ਇੱਥੇ ਮੈਂ ਆਪਣੇ ਅੱਬੇ ਨੂੰ ਸੱਟਿਆ ਸੀ, ਲੇਕਿਨ ਤੂੰ ਨਾ ਮੈਨੂੰ ਸੱਟ। ਤੂੰ ਨਾ ਮੇਰੇ ਸਾਥ ਥੋੜਾ ਜਿਹਾ ਅੱਗੇ ਕਰ। ਥੋੜਾ ਜਿਹਾ ਅੱਗੇ ਕਰਕੇ ਸੱਟ। ਵਾਹ ਭਾਈ। ਉਹ ਵੀ ਔਰਤ ਹੈ ਜਿਹੜੀ ਸਟੈਂਦੀ ਪਈ ਹੈ। ਇੱਕ ਔਰਤ ਦੀ ਮੈਂ ਹੋਰ ਵੀ ਗੱਲ ਦੱਸਣਾ, ਜੀ ਮੈਂ ਵੀ ਔਰਤ ਹੀ ਚੋਂ, ਤੂੰ ਵੀ ਔਰਤ ਹੀ ਚੋਂ। ਬਿਲਕੁਲ ਇਸ ਤਰ੍ਹਾਂ। ਔਰਤ ਦੀਆਂ ਨਸਲਾਂ ਨੇ, ਬਾਂਦਰੀ ਦੀ, ਕੁੱਤੀ ਦੀ, ਬਿੱਲੀ ਦੀ, ਬਿਲਕੁਲ ਰਿਛਣੀ ਦੀ, ਉੱਦੀ ਦੀ, ਖੋਤੀ ਦੀ। ਹਾਂ ਹਕੀਕਤ ਹੈ, ਮੈਂ ਹਕੀਕਤ ਦੇ ਵਿੱਚ ਕੋਈ ਝੂਠ ਤੇ ਕੋਈ ਐਸੀ ਗੱਲ ਨਹੀਂ, ਨਾ ਕੋਈ ਇਹਦੇ ਤੇ ਫਤਵਾ ਹੈ। ਠੀਕ ਇਹ ਕਿਸਮਾਂ ਨੇ, ਨਸਲਾਂ ਨੇ। ਅਸੀਂ ਮਰਦ ਹਾਂ, ਹਾਂ ਜੀ। ਔਰਤਾਂ ਨੇ, ਲੇਕਿਨ ਇਹ ਜੋ ਵੀ ਅੱਜ ਕੱਲ ਜਾਨਵਰ ਨੇ ਜਾਂ ਜੋ ਵੀ ਨੇ, ਹਾਂ ਇਹ ਸਾਡੀਆਂ ਵਿਗੜੀਆਂ ਜਾਂ ਨਸਲਾਂ ਨੇ। ਇਹ ਸਾਡੀਆਂ ਨਸਲ। ਇਹ ਜੋ ਪਹਿਲੇ ਕਰਦੀਆਂ ਸਨ, ਬੁਰੇ ਕੰਮ ਕਰਦੀਆਂ ਸਨ, ਹਾਂ ਜੀ। ਉਹਨਾਂ ਦੀ ਸ਼ਕਲ ਰੱਬ ਬਦਲ ਦਿੰਦਾ ਉਹ ਸੀ। ਜਦੋਂ ਇੰਜ ਹੋਇਆ ਤੇ ਉਹ ਸੁੱਟ ਕੇ ਨਾ, ਉਹ ਸੁੱਟਣ ਲੱਗਾ ਤੇ ਉਹ ਸੋਚਿਆ ਨਹੀਂ, ਠੀਕ ਕੱਲ ਨੂੰ ਮੇਰੀ ਵਾਰੀ ਆਈ ਤੇ ਇਹ ਤਾਂ ਅੱਬਾ ਦੱਸ ਦਿੱਤਾ ਮੈਨੂੰ, ਤਾਂ ਉਹ ਹਾਂ। ਵਾਪਸ ਲੈ ਆਇਆ। ਸਵਾਣੀ ਨੂੰ ਮਾਰੀ ਚਾਟ ਹੋ ਸਕੇ, ਬਹਿ ਜਾ ਉੱਤਰ ਆ, ਵਾਹ ਵਾਹ ਪਿਛਾਂ ਹਟ ਕੇ ਬਹਿ ਜਾ, ਦਿਲ ਕਰੀ ਤੇ ਪਕਾਵੀਂ, ਵਰਨਾ ਮੈਂ ਹੋਟਲ ਤੋਂ ਲੈ ਆਵਾਂਗਾ। ਠੀਕ ਹੈ। ਮੈਂ ਆਪਣੇ ਪਿਓ ਦੀ ਖਿਦਮਤ ਕਰਨੀ। ਵਾਹ ਜੀ ਵਾਹ, ਕਿਆ ਬਾਤ ਹੈ। ਕੀ ਬਾਤ ਹੈ। ਜ਼ੇਨ ਫਿਰਕੀ ਗੁੰਮੀ, ਆਹਾ ਉਹ ਜਨਾਬ ਹੁੰਦੇ ਤੇ ਅਗਲੇ ਜਾਨ ਵੀ ਇੱਥੇ ਵੀ ਰਹਿਮ ਹੋ ਗਿਆ। ਰਹਿਮ ਹੋ ਗਿਆ। ਬਿਲਕੁਲ ਉਸ ਖਿਦਮਤ ਕੀਤੀ, ਜੁੱਤੀ ਪਵਾਈ, ਸੋਹਣਾ ਸੂਟ ਪਵਾਇਆ, ਨਵਾਇਆ, 2 ਟਾਈਮ ਰੋਟੀ ਪਾਣੀ। ਕੀ ਉਹਨਾਂ ਦਾ ਕਰਨਾ ਹੁੰਦਾ, ਪਿਓ ਸੀਨੇ ਨਾਲ ਵੀ ਲਾ ਸਕੋ। ਇਹ ਤੁਹਾਡਾ ਜਿਹੜਾ ਨਾ ਇਹ ਜਿਸਮ, ਜੀ ਇਹ ਖੂਨ, ਜੀ ਇਹ ਮਾਂ ਦਾ ਹੈ। ਇਹ ਖੂਨ ਮਾਂ ਦਾ ਹੈ, ਹੱਡੀ ਹੱਡੀ ਪਿਓ ਦੀ ਹੈ। ਠੀਕ ਹੈ। ਤੁਸੀਂ ਮਾਂ ਪਿਓ ਬੈਠੇ ਹੋ, ਯਾਨੀ ਕਿ ਤੇਰੇ ਵਿੱਚ ਮਾਂ ਵੀ ਹੈ, ਪਿਓ ਵੀ, ਪਿਓ ਵੀ ਹੈ, ਦੋਵੇਂ ਨਸਲਾਂ ਨੇ। ਦੋਵੇਂ ਨਸਲਾਂ।
ਠੀਕ ਇਹ ਹੱਡੀ ਜਿਹੜੀ ਹੈ ਨਾ, ਜੀ ਜੀ ਇਹ ਹੱਡੀ ਪਿਓ ਦੀ ਹੈ, ਠੀਕ ਹੈ ਜਿਹੜਾ ਖੂਨ ਹੈ ਜੀ ਜੀ ਇਹ ਮਾਂ ਦਾ। ਠੀਕ ਕੋਈ ਵੀ ਬੰਦਾ ਸਮਝਦਾਰ ਹੈ, ਸਮਝਦਾ ਪਿਆ ਇਸ ਚੀਜ਼ ਨੂੰ। ਅਸੀਂ ਸਮਝਣ ਵਾਲੀਆਂ ਗੱਲਾਂ ਕਰਨੇ ਆ। ਅਸੀਂ ਇਹ ਜਿਵੇਂ ਟਿਕਟੌਕ ਤੇ ਉਹਨਾਂ ਵਾਲ ਰੱਖੇ ਪਜਾਮੇ ਤੇ ਨੱਚਦੇ ਤੇ ਕੋਈ ਕਿਵੇਂ, ਨਹੀਂ ਉਹ ਤਾਂ ਗਲਤ ਕੰਮ ਹੈ ਨਾ ਅਸੀਂ ਉਹ ਨਹੀਂ ਕਰਦੇ। ਕੋਈ ਅਸੀਂ ਵੀ ਕੋਈ ਵੀ ਬੰਦਾ ਹਾਂਜੀ ਉਹ ਵੇਖੋ ਨਾ ਹੁਣ ਉਹ ਟਿਕਟੌਕ ਬਣਾਉਂਦੇ ਨੇ, ਉਹ ਉਹਨਾਂ ਦਾ ਆਪਣਾ ਫੇਲ ਹੈ, ਲੇਕਿਨ ਕੋਈ ਵੀ ਬੰਦਾ ਕੋਈ ਕਿਸੇ ਨੂੰ ਤਾਲੀਮ ਦਿੰਦਾ ਹੈ, ਕੋਈ ਉਹਦੇ ਤੇ ਅਮਲ ਕਰਦਾ ਹੈ, ਉਹਨੂੰ ਬੜਾ ਫਾਇਦਾ, ਉਹ ਅਜਰ ਉਹਨੂੰ ਬੜਾ ਮਿਲਦਾ ਹੈ। ਉਹਨੂੰ ਅਜਰ ਮਿਲਦਾ ਹੈ। ਅੱਛਾ, ਇਹ ਤੁਹਾਡਾ ਖੂਨ ਮਾਂ ਦਾ ਹੈ, ਹੱਡੀ ਪਿਓ ਦੀ। ਠੀਕ ਹੈ ਹੁਣ ਜਦੋਂ ਉਹਨੇ ਆਪਣਾ ਲੈ ਆਂਦਾ, ਉਹ ਪਿਆਰ ਹੋਇਆ, ਬੀਵੀ ਕੋ 10 ਦਿਨ ਮੂੰਹ ਬਣਾਈ ਰੱਖਿਆ, ਉਹ ਮਹੀਨਾ ਬਣਾਈ ਰੱਖਿਆ, ਉਹਨੇ ਵੀ ਕਾਬੂ ਪਾ ਦਿੱਤਾ। ਉਹਨੇ ਆਖਿਆ ਵੀ ਤੂੰ ਮੂੰਹ ਛੱਡ ਕੇ ਨਾ, ਤੂੰ ਸਾਰੀ ਵੀ ਬਦਲ ਜਾਵੇਂ ਨਾ ਤੇ ਆਪਣੇ ਘਰ ਹੀ ਚਲੀ ਜਾਵੇਂਗੀ ਨਾ, ਜੀ ਜੀ ਮੈਂ ਪਿਓ ਨੂੰ ਇੱਥੇ ਰੱਖ। ਆਹਾ ਸੁਭਾਨ ਅੱਲਾਹ। ਉਹਨੇ ਜਨਾਬ ਖਿਦਮਤ ਕੀਤੀ, ਅੱਲਾ ਕੀਤਾ, ਪਿਓ ਫੌਤ ਹੋਇਆ। ਜਿਵੇਂ ਉਹ ਮੇਰਿਆਂ ਭਤੀਜਿਆਂ ਨੇ ਆਪਣੇ ਪਿਓ ਨੂੰ ਵਿਦਿਆ ਕੀਤਾ ਹੈ ਇਹ ਹਾਂਜੀ। ਪਿਛਲੇ ਦਿਨਾਂ ਦੇ ਵਿੱਚ। ਜੀ ਜੀ ਅਮਲ ਕੰਮ ਨਹੀਂ ਹਾਂ, ਵੈਲਕਮ ਕਰਕੇ ਹਰ ਬੰਦੇ ਨਾਲ ਉਹਨਾਂ ਨੇ ਬਹੁਤ ਪਿਆਰ ਕੀਤਾ ਹੈ, ਔਰ ਇੰਜ ਹੀ ਹੋਣਾ ਚਾਹੀਦਾ ਹੈ। ਤੁਸੀਂ ਤਾਂ ਦੂਜੇ ਦਿਨ ਪੂਰੇ ਹੀ ਚੁੱਕ ਦਿੰਦੇ ਹੋ। ਮੇਰਿਆਂ ਪੁੱਤਰਾਂ ਨੇ ਜਨਾਬ 40 ਦਿਨ ਉਹਨਾਂ ਨੇ ਗੋਸ਼ਤ ਬਗੈਰ ਰੋਟੀ ਨਹੀਂ ਦਿੱਤੀ। ਆਹਾ ਸੁਭਾਨ ਅੱਲਾਹ। ਠੀਕ ਹੈ, ਮਾਸ਼ਾ ਮੇਰਾ ਭਾਈ ਫੌਤ ਹੋ ਗਿਆ ਸੀ ਵੱਡਾ, ਜੀ, ਜੀ। ਤੁਹਾਨੂੰ ਪਤਾ ਹੀ। ਜੀ ਜੀ ਪਤਾ ਫਿਰ ਜਨਾਬ ਉਹਨੇ ਮੈਂ ਮਾਨ ਨਵਾਜ਼ੀ ਇੰਜ ਕੀਤੀ ਹੈ ਬੱਚਿਆਂ ਨੇ ਕਿ ਪੈਰੂ ਉਹਨਾਂ ਜੁੱਤੀ ਨਹੀਂ ਪਾਈ। ਵਾਹ ਜਿਹੜਾ ਬੰਦਾ ਆਇਆ ਉਹਨੂੰ ਪਾਇਆ, ਉਹਨੂੰ ਖੁਸ਼ ਕੀਤਾ। ਉਹਨਾਂ ਕਿਹਾ ਸਾਡਾ ਵਾਲਿਦ ਸਾਹਿਬ ਫੌਤ ਹੋ ਗਿਆ, ਉਹਦੇ ਸਵਾਬ ਵਾਸਤੇ ਤੁਸੀਂ ਆਏ ਹੋ, ਜੀ ਜੀ ਅਸਾਂ ਇੰਜ ਨਹੀਂ। ਫਿਰ 11 ਦਿਨ ਉਹ ਪੂਰੇ ਤੇ ਬੈਠੇ ਰਹੇ। ਠੀਕ ਅੱਜ ਪੂਰੇ ਪਾਕਿਸਤਾਨ ਦੇ ਵਿੱਚ ਜਿਹੜੇ ਆ ਸੂਦ ਖੋਰੀਏ ਨੇ, ਇਹ ਉਦਲੇ ਨੇ, ਰਿਜਕਾਂ ਵਾਲੇ ਨੇ, ਦੂਜੇ ਦਿਨ ਉਹਨਾਂ ਦੀ ਔਲਾਦ ਪੂਰੀ ਚਾਹ। ਇਸ ਤਰ੍ਹਾਂ ਅੱਗੇ ਬੰਦੇ 10-11 ਦਿਨ ਅਫਸੋਸ ਕਰਦੇ ਸਨ ਇਹ ਕਿਉਂ ਜੋ ਕਿੱਡਾ ਤਿੜਿਆ ਹੈ। ਕਣਕਾਂ ਦੇ ਵਿੱਚ ਉਹ ਟੋਟਾ ਰਲਾ ਲਿਆ, ਚੌਲਾਂ ਦੇ ਵਿੱਚ ਸਾਬਤ ਕਰ ਰਿਹਾ ਹੈ, ਇਹ ਸਾਰੇ ਕੰਮ ਦੁੱਧ ਵਿੱਚ ਪਾਣੀ ਪਾ ਰਿਹਾ ਹੈ, ਵਿੱਚ ਪਾਣੀ ਦੇ ਡੱਡੀਆਂ ਵੀ ਨਾਰਾਂ ਤੋਂ ਪਾ ਰਹੇ ਨੇ, ਹਾਂ ਉਹ ਬਿਲ ਹੈ ਵੇਚ ਰਹੇ ਨੇ, ਤਰੱਕੀ ਕਰ ਰਹੇ ਨੇ, ਦੁਕਾਨਾਂ ਖਰੀਦ ਰਹੇ ਨੇ। ਤੇ ਅਖੀਰ ਜਦੋਂ ਮਰਨਾ ਹੀ ਨੇ, ਦੂਸਰੇ ਦਿਨ ਉਹ ਸੌੜੀਆਂ ਗਲੀਆਂ ਹੁੰਦੀਆਂ ਨੇ ਸ਼ਹਿਰਾਂ ਦੀਆਂ, ਨਾ ਉਹ ਆਂਦੇ ਨੇ ਬਸ ਜੀ ਅੱਜ ਪੂਰਾ ਚੁੱਕ ਦਿੱਤਾ ਹੈ, ਬਿਲਕੁਲ ਯਾਨੀ ਕਿ ਇਹਦਾ ਵੀ ਫੱਟਾ ਚੁੱਕ ਦਿੱਤਾ। ਮੇਰਾ ਮਕਸਦ ਇਹ ਕਿ ਤੁਸੀਂ ਆਪਣੀ ਕਮਾਈ ਉਨੀ ਕਰੋ ਜਿਹੜੀ ਸ਼ਾਮ ਤੱਕ ਖਾ ਲਵੋ, ਜਿਹੜੀ ਤੁਸੀਂ ਕੱਲ ਨੂੰ ਫਿਰ ਅੱਲਾ ਦੇਵੇਗਾ। ਤੁਸੀਂ ਇਹ ਲਾਲਚ ਨਾ ਕਰੋ। ਖੁਦਾ ਪਾਕ ਦੀ ਕਸਮ ਹੈ, ਰਿਜ਼ਕ ਹਰ ਇਨਸਾਨ ਤੱਕ ਪਹੁੰਚਦਾ ਹੈ। ਇਹ ਅੱਲਾ ਵਾਅਦਾ ਕਰਕੇ ਆਇਆ ਹੈ ਬੰਦੇ ਨਾਲ, ਉਹ ਰੱਬ ਨੇ ਇਹਨੂੰ ਰੋਜ਼ੀ ਦੇਣੀ ਹੈ। ਬਿਲਕੁਲ ਜਿਹੜਾ ਤੁਸੀਂ ਇੱਕ ਦੂਜੇ ਦਾ ਖੋ ਕੇ, ਦੂਜਾ ਭਰਾ ਹੁੰਦਾ ਬੰਨਾ ਵੱਡੀ ਬੈਠਾ ਹੁੰਦਾ ਹੈ, ਇੱਕ ਦੋ ਭਰਾ ਬੱਕਰੀਆਂ ਰੱਖ ਕੇ ਹੁੰਦੇ ਗਾਹ ਛੱਡ ਦਿੰਦਾ ਹੈ, ਦੂਜਾ ਜਨਾਬ ਉਹਨੂੰ ਪਰੇਸ਼ਾਨੀ ਹੁੰਦਾ, ਉਹਦੇ ਰਸਤੇ ਤੇ ਉਹਦਾ ਆਂਡਾ ਚੁੱਕ ਲੈਣਾ, ਉਹ ਭਰਾ ਨੂੰ ਕੋਈ ਉਹ ਵੇਂਦੇ ਨਹੀਂ ਹੋਣਾ ਸਾਰੇ, ਪਤਾ ਨਹੀਂ ਕੀ ਹੋ ਗਿਆ ਜੀ, ਕੋਈ ਸਾਡਾ ਜ਼ਮਾਨਾ ਬਦਲ ਗਿਆ ਜੀ, ਭੁੱਖ ਪੈ ਗਈ ਹੈ ਜੀ, ਮਹਿੰਗਾਈ ਹੋ ਗਈ ਹੈ। ਮਹਿੰਗਾਈ ਕੋਈ ਵੀ ਨਹੀਂ, ਇਹ ਸਿਰਫ ਉਸਤਾਦ ਜੀ ਇਹ ਵੇ ਕਿ ਕਿਸੇ ਦਾ ਹੱਕ ਖਾ ਖਾ ਕੇ ਨਾ ਉਹ ਆਪਣੇ ਹੱਕ ਤੋਂ ਵੀ ਟੁਰ ਉਹ ਜਾਂਦਾ। ਆਪਣੇ ਹੱਕ ਤੋਂ ਵੀ ਟੁਰੇ ਪਏ ਨਾ, ਤੇ ਹੁਣ ਆਂਦੇ ਨੇ ਤਵੀਤ ਪੈ ਗਏ ਨੇ। ਤਵੀਤ ਕੋਈ ਨਹੀਂ ਪਏ ਤੁਹਾਨੂੰ, ਹਾਂ ਤੁਸੀਂ ਅੱਲਾ ਦੇ ਹੁਕਮ ਨਾਲ ਅੱਜ ਵੀ ਤੁਸੀਂ ਭੈਣ ਭਰਾ ਦਾ, ਉਹ ਇੱਕ ਭਰਾ ਸੀ ਨਾ ਤੇ ਉਹਨਾਂ ਦੇ ਕਣਕਾਂ ਦੇ ਬੋਲ ਬੈਠੇ ਸੀ, ਤੇ ਉਹ ਆਖੇ ਹੁੰਦਾ ਬੋਲ ਥੋੜਾ ਹੈ, ਠੀਕ ਉਹ ਆਪਣੀ ਬੋਲ ਤੂੰ ਕਣਕ ਚੁੱਕ ਕੇ ਉਹਦੇ ਬੋਲ ਤੇ ਸੁੱਟ ਦੇ। ਅੱਛਾ ਤੇ ਉਹ ਭਰਾ ਆਵੇ ਨਾ, ਤੂੰ ਆਖੇ ਮੇਰੇ ਦੂਜੇ ਭਰਾ ਦਾ ਜਿਹੜਾ ਬੋਲ ਹੈ ਨਾ ਕਣਕ ਦਾ ਉਹ ਥੋੜਾ ਹੈ, ਥੋੜੇ ਉਹ ਆਪਣੀ ਕਣਕ ਚੁੱਕ ਕੇ ਉਹਦੇ ਭਰਾ ਦੇ ਉਹਦੇ ਤੇ ਬੋਲ ਤੇ ਸੁੱਟ ਦੇ। ਉਹ ਅੱਲਾ ਪਾਕ ਰਾਤ ਖੇਡ ਵੇਂਦਾ ਰਿਹਾ ਵੀ ਇਹ ਭਰਾ ਕੈਸੇ ਨੇ, ਕਿਉਂ ਆਂਦਾ ਮੇਰੇ ਭਰਾ ਦੀ ਥੋੜੀ ਦੂਜੇ ਦੀ, ਤੇ ਉਹ ਉਦੋਂ ਆਪਣੀ ਚੁੱਕ ਕੇ ਤੇ ਉਹਦੇ ਭਰਾ ਦੇ ਬੋਲ ਤੇ ਸੁੱਟ ਦੇ। ਉਹ ਅੱਲਾ ਦੀ ਕਰਨੀ ਹੋਈ ਘੁਮਿਆਰ ਆਵੇ ਤੇ ਉਹ ਬੋਲ ਤੁੱਲੇ ਹੀ ਨਾ, ਸ਼ਾਮ ਤੱਕ ਰਿਕਾਰਡ ਕਾਇਮ ਹੋ ਗਿਆ। ਉਹ ਚੀਂਦਾ ਹੀ ਰਿਹਾ, ਉਹ ਚੀਂਦਾ ਹੀ ਰਿਹਾ, ਚੀਂਦਾ ਹੀ ਰਿਹਾ, ਉਹ ਬਰਕਤਾਂ ਪਾਉਂਦੀਆਂ ਨੇ। ਬਰਕਤਾਂ ਪਾਉਂਦੀਆਂ। ਆਹ ਸੁਭਾਨ ਅੱਲਾਹ, ਸਮਝਦੇ ਪਏ? ਰੱਬ ਦੇ ਕੰਮ ਨੇ। ਇਸ ਵਾਸਤੇ ਉਹ ਤਾਜਰ ਸੀ ਨਾ, ਤੇ ਉਹ ਕਿਤੇ ਬਾਹਰ ਚਲਾ ਗਿਆ ਗਸ਼ਤ ਕਰਨ, ਮਰੀ ਵਾਲ ਕੇ ਕਿਤੇ ਆਪਣਾ ਸੈਰ ਕਰਨ, ਕਰੋੜਾਂ ਰੁਪਈਆ ਲੈ ਕੇ ਉੱਤੇ ਜਾਂਦੇ ਨੇ, ਉੱਥੇ ਕਿਰਾਇਆ ਤੇ ਕਮਰੇ ਲੈਂਦੇ ਨੇ। ਕਸ਼ਮੀਰ ਕਸ਼ਮੀਰ ਮਰੀ ਅੱਗੇ ਜਨਾਬ ਨਿਕਲ ਗਿਆ, ਠੀਕ ਹੈ ਤੇ ਉਹ ਪਿੱਛੇ ਨੌਕਰਾਂ ਨੂੰ ਸਮਝਾ ਗਿਆ ਵੀ ਮੈਨੂੰ ਫੋਨ ਤੇ ਰਾਬਤਾ ਕਰਦੇ ਰਹਿਣਾ, ਜਿਨਸ ਦਾ ਰੇਟ ਵਾਧਾ ਘਾਟਾ ਮੈਨੂੰ ਬੜੇ, ਇੰਨੀ ਜਿਨਸ ਅੰਦਰ ਪਈ ਸੀ। ਆਜ਼ਾਰੀ ਗੱਲ ਉਹ ਉਹਨਾਂ ਨੇ ਫੋਨ ਕੀਤਾ, ਜੀ ਸੁਣਾਓ ਕੀ ਹਾਲ ਹੈ ਤਾਜਰ ਸਾਹਿਬ? ਉਹ ਕਿ ਜੀ ਠੀਕ ਠਾਕ ਆ, ਤੁਸੀਂ ਸੁਣਾਓ? ਉਹਨੇ ਕਿਹਾ, ਉਹ ਨੌਕਰ ਨੇ ਕਿਹਾ ਭਾਜੀ ਕਣਕ ਦਾ ਭਾਅ ਗਿਰ ਗਿਆ ਜੀ। ਅੱਛਾ ਇਹ ਹੁਣ ਵੀ ਸੁਣਿਆ ਕਣਕ ਦਾ ਭਾਅ ਜਿਹੜਾ ਨਾ ਮੱਠਾ ਹੋ ਗਿਆ, ਅੱਛਾ ਤੇ ਸਾਡੇ ਬੰਦੇ ਅੱਗੇ ਲੈ ਕੇ ਜਮਾ ਕਰਦੇ ਸਨ, ਇਸ ਵਾਰੀ ਜਮਾ ਨਹੀਂ ਕਰਨਗੇ, ਅੱਗੇ ਨਿਕਲੇਗੀ। ਠੀਕ ਜਦੋਂ ਕਣਕ ਅੱਗੇ ਨਿਕਲੇ ਉਦੋਂ ਉਹ ਸਸਤੀ ਹੁੰਦੀ ਜਾਂਦੀ, ਹਰ ਘਰ ਪਹੁੰਚਦੀ ਜਾਂਦੀ। ਬਿਲਕੁਲ ਜਦੋਂ ਇਹ ਲੈ ਕੇ ਸਟਾਕ ਕਰਦੇ ਨੇ ਨਾ ਕਣਕ ਨੂੰ, ਜੀ ਜੀ ਉਦੋਂ ਬਾਜ਼ਾਰਾਂ ਵਿੱਚ ਜਿਹੜੀ ਮਣ ਦੋ ਹੁੰਦੀ ਪਈ ਉਹਨੂੰ ਭਾਅ ਲੱਗ ਜਾਂਦਾ ਹੈ, ਉਹ ਅਸਲ ਘੱਟ ਹੋ ਜਾਂਦੀ ਹੈ ਨਾ, ਤੇ ਰੇਟ ਜ਼ਿਆਦਾ ਹੋ ਉਹ ਜਾਂਦਾ। ਰੇਟ ਜ਼ਿਆਦਾ ਹੋ ਜਾਂਦਾ ਹੈ। ਸਾਡਾ ਪਾਕਿਸਤਾਨ ਦੇ ਨਾ ਹੈ, ਆਪਣੀ ਮਖਲੂਕ ਦਾ ਗੁਨਾਹ ਹੈ, ਹਕੂਮਤ ਦਾ ਕੋਈ ਗੁਨਾਹ ਨਹੀਂ। ਅਸੀਂ ਕਹਿੰਦੇ ਹਕੂਮਤ ਸਸਤੀ ਕਰਦੀ ਪਈ, ਹੁਣ ਹਕੂਮਤ ਮੰਗੀ ਕਰਦੀ ਪਈ। ਨਹੀਂ, ਹਕੂਮਤ ਸਾਡੇ ਜੋਗੀ ਲੈ ਕੇ ਗੱਲਾਂ ਰੱਖਦੀ ਹੈ ਕਿ ਕੱਲ ਨੂੰ ਜੰਗ ਲੱਗੇ, ਵਾਧਾ ਘਾਟਾ ਹੋਵੇ, ਸਾਡੀ ਇੱਕ ਸਾਲ ਦੀ ਫਸਲ ਨਾ ਵੀ ਹੋਵੇ ਤੇ ਸਾਡੀ ਮਖਲੂਕ ਨੂੰ ਕਣਕ ਲੱਭਦੀ ਰਹੇ। ਵਾਹ ਵਾਹ ਸਮਝਦੇ ਪਏ? ਠੀਕ ਇਹ ਹਕੂਮਤ ਸਾਡੀ ਦਾ ਇਹ ਕੰਮ ਹੈ। ਠੀਕ ਉਹ ਹਕੂਮਤ ਦਾ ਰੇਟ ਵਧਾਉਣ ਘਟਾਉਣ ਨਾਲ ਨਹੀਂ। ਠੀਕ ਹਾਂਜੀ, ਇਹ ਅਸੀਂ ਆਪ ਹੀ ਵਧਾਉਂਦੇ ਇਹ ਹਾਂ, ਅਸੀਂ ਆਪ ਹੀ ਹੁਣ ਵੇਖੋ ਹਕੂਮਤ ਕੋ 5000 ਕੀਤਾ ਹੈ,
ਪੂਰੀਆਂ ਕਿਤਾਬਾਂ ਕੱਢ ਲਿਓ, ਕਿਤੇ ਵੀ ਮੈਨੂੰ ਦੱਸ ਦਿਓ ਕਿ ਹਕੂਮਤ ਪੂਰੇ 5000 ਤੋਂ ਕਣਕ ਲੈਂਦੀ ਪਈ ਹੈ? ਨਹੀਂ ਨਹੀਂ ਲੈਂਦੀ ਪਈ। ਤੇ ਐਤਕੀ ਪਿਛਲੇ ਦਿਨਾਂ ਵਿੱਚ ਲੋਕਾਂ ਦੇ ਘਰਾਂ ਦੇ ਵਿੱਚੋਂ ਜਿਹੜੇ ਥੋੜੇ ਲੋਕ ਸਨ 2 ਮਣ 4 ਮਣ ਲੈਣ ਵਾਲੇ, ਉਹਨਾਂ ਨੂੰ 5-5000 ਦੇ ਦਿੱਤੇ। ਬਿਲਕੁਲ ਸਮਝਦੇ ਪਏ ਹੋ? ਅੱਛਾ ਜੀ, ਤੇ ਉਹ ਬਾਹਰ ਚਲਾ ਗਿਆ ਤੇ ਉਹਨੂੰ ਇਧਰੋਂ ਫੋਨ ਆ, ਉਹਨੇ ਕੀਤਾ ਉਹਦੇ ਨੌਕਰ ਨੇ ਕਿ ਜਨਾਬ ਕਣਕ ਦਾ ਭਾਅ ਗਿਰ ਗਿਆ। ਅੱਛਾ ਉਸ ਆਖਿਆ ਵੇਚ ਦੇ। ਅੱਛਾ ਉਹ ਜੜ ਤੋਂ ਪਿੱਛੇ ਉਹਨੇ ਆਖਿਆ ਜੀ ਚੀਨੀ ਦਾ ਭਾਅ ਵੀ ਗਿਰ ਗਿਆ। ਅੱਛਾ ਉਸ ਆਖਿਆ ਵੇਚ ਦੇ। ਅੱਛਾ ਉਧਰੋਂ ਉਹਨੂੰ ਪਤਾ ਲੱਗਾ ਉਹ ਮੁੰਡਾ ਵੀ ਉਹਦਾ ਐਕਸੀਡੈਂਟ ਹੋਇਆ, ਗਿਰ ਗਿਆ। ਉਸ ਆਖਿਆ ਜੀ ਮੁੰਡਾ ਵੀ ਤੁਹਾਡਾ ਗਿਰ ਗਿਆ। ਉਸ ਆਖਿਆ ਵੇਚ ਦੇ। ਯਾਨੀ ਕਿ ਉਹਦੀ ਸੂਈ ਉੱਥੇ ਹੀ ਅੜੀ ਸੀ ਨਾ। ਉਹਦੀ ਸੂਈ ਸਿਰਫ ਜਿਹੜੀ ਹੈ ਉਹ ਮਹਿੰਗਾਈ ਦੇ ਦੌਰਾਨ ਹੀ ਅੜੀ ਹੋਈ ਹੈ। ਅੜੀ ਸੀ ਇਹ ਨਹੀਂ ਪਤਾ ਕਿ ਹੁਣ ਮੇਰਾ ਬੇਟਾ ਵੀ ਵਿੱਚ ਆ ਗਿਆ ਉਹ ਮਹਿੰਗਾਈ ਆਹੋ, ਜਿਵੇਂ ਉਹ ਕਿਹਾ ਸੀ ਸ਼ਤੂਤ ਬਦਾਨਾ ਮਾਏ ਠੰਡੀ ਹੋ ਕੇ ਸੌ, ਮਾਏ ਡਿੰਗੀ ਹੋ ਕੇ ਸੌ, ਫੇਰੀਆਂ ਵਾਲੇ ਦਾ ਨਹੀਂ ਕਹਿਣਾ ਹੁੰਦਾ। ਆਹੋ। ਇਸੇ ਤਰੀਕੇ ਉਸ ਆਖਿਆ ਜੀ ਉਹ ਚੀਨੀ ਦਾ ਭਾਅ ਵੀ ਗਿਰ ਗਿਆ। ਉਸ ਆਖਿਆ ਵੇਚ ਦੇ। ਉਸ ਆਖਿਆ ਜੀ ਮੁੰਡਾ ਤੁਹਾਡਾ ਵੀ ਗਿਰ ਗਿਆ। ਉਸ ਆਖਿਆ ਵੇਚ। ਓਏ ਹੋਏ ਅੱਛਾ, ਉਹ ਜਦੋਂ ਚਾਹ ਲੈ ਕੇ ਉੱਥੇ ਉਹ ਫੌਤਗੀ ਤੇ ਗਏ, ਉਹਨਾਂ ਦੀ ਭੈਣ ਫੌਤ ਹੋਈ ਸੀ, ਉਹ ਗੱਲ ਯਾਦ ਆ ਗਈ। ਉਹ ਫੀਮੀਆਂ ਦੀ। ਉਹ ਫੀਮੀਆਂ ਦੀ। ਅੱਛਾ ਹੁਣ ਉਹਨਾਂ ਨੇ ਉਹ ਖਾਣਾ ਸੀ ਦਾਣਾ, ਜੀ ਉਹ ਪਰੇਸ਼ਾਨ ਵਿਚਾਰੇ। ਉਹ ਗਏ ਸਾਰੇ, ਜਿਹੜਾ ਵੇਖਣ ਰੋਈ ਆਵੇ, ਢਾਈ ਮਾਰੀ ਆਵੇ, ਇੱਕ ਦੂਜੇ ਨੂੰ ਵੇਖ ਕੇ ਵੀ ਵਿੰਦਾ ਪਿਆ, ਮੈਂ ਦੀ ਭੈਣ ਦਾ ਅਫਸੋਸ ਕਰਦਾ। ਉਹਨਾਂ ਕਿਹਾ ਸਾਨੂੰ ਪੂਰੇ ਆਓ ਨਾ ਇੱਕ ਬੰਦੇ ਨਾਲ ਸਾਡੇ ਬਹਿ ਗਿਆ। ਉਹਨਾਂ ਕਿਹਾ ਭਾਜੀ ਇਹ ਜਿਹੜੀ ਮਰੀ ਉਹ ਸਾਡੀ ਕੀ ਲੱਗਦੀ? ਉਹਨਾਂ ਕਿਹਾ ਜੀ ਤੁਹਾਡੀ ਭੈਣ ਹੈ। ਅੱਛਾ ਤੁਸੀਂ ਕਿਹਾ ਜਿੰਨਾ ਸਾਨੂੰ ਅਫਸੋਸ ਹੈ ਆਪਣੀ ਭੈਣ ਦਾ, ਹਾਂਜੀ ਹਾਂਜੀ ਇੰਨਾ ਤੁਹਾਨੂੰ ਕਿਸੇ ਬੰਦੇ ਨੂੰ ਹੈ? ਅੱਛਾ ਉਹਨਾਂ ਆਖਿਆ ਨਹੀਂ ਸੋਚ ਸੋਚ ਕਿਆ ਕਹਿੰਦੇ। ਨਹੀਂ, ਕੋਈ ਨਹੀਂ ਮੱਲਿਆ ਸਾਨੂੰ ਤੇ ਕੋਈ। ਅੱਛਾ ਉਹ ਆਖਿਆ ਫਿਰ ਤੁਸੀਂ ਇੰਜ ਕਰੋ, ਜਨਾਜ਼ਾ ਲੇਟ ਹੋਣਾ, ਤੁਸੀਂ ਪਤੀਲੀ ਚਾਹ ਦੀ ਪਕਾਓ, ਹਾਂ। ਅਸੀਂ ਦਾਣਾ ਖਾ ਲਈਏ, ਫਿਰ ਜਨਾਜ਼ੇ ਨਾਲ ਜਾਵਾਂਗੇ। ਨਸ਼ਈ ਨੂੰ ਵੀ ਆਪਣੀ ਹੁੰਦੀ ਹੈ। ਉਹਨੂੰ ਆਪਣੀ ਪਈ। ਉਹ ਦਾਣਾ ਖਾ ਕੇ ਤਾਂ ਹੀ ਉਹਨਾਂ ਦੇਣਾ, ਉਹਨਾਂ ਨੂੰ ਦਿਮਾਗ ਹੀ ਤਾਂ ਖੁੱਲਣਾ ਉਹਨਾਂ ਦਾ। ਹਾਂਜੀ ਬਸ, ਹੁਣ ਹਰ ਨੂੰ ਆਪਣੀ ਪਈ।